पंजाब ਦੀ ਇੱਕ ਅਜਿਹੀ ਕੰਪਨੀ ਜਿਸ ਦੀ ਤੂਤੀ ਨਾ ਸਿਰਫ ਦੇਸ਼ ਦੇ ਵਿੱਚ ਸਗੋਂ ਵਿਦੇਸ਼ਾਂ ਦੇ ਵਿੱਚ ਵੀ ਬੋਲਦੀ ਸੀ। ਪਰ ਜਦੋਂ ਉਸ ਕੰਪਨੀ ਦੇ ਵਿੱਚ ਵਿੱਤੀ ਘੁਟਾਲੇ ਦੇ ਇਲਜ਼ਾਮ ਲੱਗੇ ਤਾਂ ਅਸਰ ਪਿਆ ਉਸ ਕੰਪਨੀ ਦੇ ਸ਼ੇਅਰ ਹੋਲਡਰਾਂ ਤੇ। ਤੇ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾकुर ਅਮਨਦੀਪ ਸਿੰਘ। ਅਸੀਂ ਗੱਲ ਕਰ ਰਹੇ ਹਾਂ SML ਈਸੂਜ਼ੂ ਕੰਪਨੀ ਦੀ, ਜਿਸ ਦੇ ਇੱਕ ਮੁਲਾਜ਼ਮ ਜਾਂ ਕਹਿ ਲਓ ਸਾਬਕਾ ਮੁਲਾਜ਼ਮ ਵੱਲੋਂ ਵਿੱਤੀ ਘੁਟਾਲੇ ਦੇ ਇਲਜ਼ਾਮ ਲੱਗੇ ਤੇ ਨਤੀਜਾ ਇਹ ਹੈ ਕਿ ਅੱਜ ਸ਼ੇਅਰ ਹੋਲਡਰ ਸੜਕਾਂ ਤੇ ਨੇ, ਕਿਉਂਕਿ ਉਹਨਾਂ ਦੀ ਮਿਹਨਤ ਦੀ ਕਮਾਈ ਹੁਣ ਦਿਨੋਂ ਦਿਨ ਘਟਦੀ ਜਾ ਰਹੀ ਹੈ। ਸਾਡੇ ਨਾਲ ਇਸ ਵੇਲੇ ਸ਼ੇਅਰ ਹੋਲਡਰ ਮੌਜੂਦ ਨੇ, ਗੱਲਬਾਤ ਕਰਾਂਗੇ। ਸਰ, ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਜੀਵਨ ਕੁਮਾਰ ਗੁਪਤਾ ਜੀ। ਸਰ, SML ਈਸੂਜ਼ੂ ਤੁਸੀਂ ਕਹਿ ਰਹੇ ਹੋ ਵੀ ਸ਼ੇਅਰ ਦੀ ਵੈਲਿਊ ਬਹੁਤ ਜ਼ਿਆਦਾ ਸੀ, ਹੁਣ ਦਿਨੋਂ ਦਿਨ ਘਟਦੀ ਜਾ ਰਹੀ ਹੈ, ਤੁਹਾਨੂੰ ਕਾਰਨ ਕੀ ਲੱਗਦਾ ਹੈ? ਸਰ, ਜਿਹੜੀ ਸ਼ੇਅਰਸ ਦੀ ਵੈਲਿਊ ਕਿਸੇ ਵੀ ਕੰਪਨੀ ਦੀ ਡਾਊਨ ਜਾਂਦੀ ਹੈ, ਉਸ ਦੇ ਵਿੱਚ ਜਿਹੜਾ ਮੈਨੇਜਮੈਂਟ ਦਾ ਰੋਲ ਹੁੰਦਾ ਹੈ ਉਹ ਸਭ ਤੋਂ ਅਹਿਮ ਰੋਲ ਹੁੰਦਾ ਹੈ। ਮੈਨੇਜਮੈਂਟ ਦੀਆਂ ਕੁਝ ਪਾਲਿਸੀਆਂ, ਕੁਝ ਨੀਤੀਆਂ ਐਸੀਆਂ ਬਣਾਈਆਂ ਜਾਂਦੀਆਂ ਜਿਹਦੇ ਨਾਲ ਕੰਪਨੀ ਗਰੋ ਵੀ ਕਰ ਸਕਦੀ ਹੈ। ਅਗਰ ਉਹ ਪਾਲਿਸੀਜ਼ ਜਾਂ ਨੀਤੀਆਂ ਉਹਨਾਂ ਦੀਆਂ ਅੱਛੀਆਂ ਨਹੀਂ ਹੋਣਗੀਆਂ, ਡਿਸੀਜਨ ਮੇਕਰ ਅੱਛੇ ਨਹੀਂ ਹੋਣਗੇ, ਤਾਂ ਉਹ ਕੰਪਨੀ ਲਾਸ 'ਚ ਚਲੀ ਜਾਂਦੀ ਹੈ। ਉਸ ਲਾਸ ਦਾ ਜਿਹੜਾ ਖਮਿਆਜਾ ਹੈ ਉਹ ਜਿਹੜੇ ਉੱਥੇ ਕਰਮਚਾਰੀ ਕੰਮ ਕਰਦੇ ਨੇ ਉਹਨਾਂ ਨੂੰ ਵੀ ਲਾਸ ਹੁੰਦਾ ਹੈ। ਜਿਹੜੇ ਸ਼ੇਅਰਸ ਹੋਲਡਰ ਨੇ, ਜਿਨ੍ਹਾਂ ਨੇ ਇਸ ਕੰਪਨੀ ਦੇ ਵਿੱਚ ਪੈਸਾ ਲਾ ਕੇ ਕੰਪਨੀ ਨੂੰ ਗਰੋ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹਨਾਂ ਨੂੰ ਵੀ ਫਾਈਨੈਂਸ਼ਲੀ ਲਾਸ ਹੁੰਦਾ ਹੈ। ਹਮੇਸ਼ਾ ਸ਼ੇਅਰ ਹੋਲਡਰ ਇਹ ਚਾਹੁੰਦਾ ਹੈ ਕਿ ਜਿੱਥੇ ਕੰਪਨੀ ਮੈਂ ਪੈਸਾ ਲਗਾਵਾਂ ਮੇਰੀ ਕੰਪਨੀ ਗਰੋ ਕਰੇ, ਅੱਗੇ ਨੂੰ ਜਾਵੇ ਤਾਂ ਕਿ ਸਾਨੂੰ ਉਹਦਾ ਫਾਇਦਾ ਹੋ ਸਕੇ। ਸ਼ੇਅਰ ਹੋਲਡਰ ਦਾ ਮੇਨ ਪਰਪਸ ਕਿਸੇ ਵੀ ਕੰਪਨੀ 'ਚ ਇਨਵੈਸਟ ਕਰਨ ਦਾ ਇਹੀ ਹੁੰਦਾ। ਅਗਰ ਸ਼ੇਅਰ ਹੋਲਡਰ ਕੰਪਨੀ 'ਚ ਪੈਸਾ ਨਹੀਂ ਲਗਾਉਂਦਾ ਤਾਂ ਕੰਪਨੀ ਬਿਨਾਂ ਪੈਸੇ ਨਹੀਂ ਚੱਲ ਸਕਦੀ। ਇਹਦੇ ਵਿੱਚ ਜਿਹੜੀਆਂ ਕੰਪਨੀਆਂ ਦੀਆਂ ਮੈਨੇਜਮੈਂਟਾਂ ਹੁੰਦੀਆਂ ਨੇ, ਉਹਨਾਂ ਦਾ ਕੰਪਨੀ ਦੇ ਸ਼ੇਅਰ ਨੂੰ ਉੱਪਰ ਚੱਕਣਾ ਜਾਂ ਨੀਚੇ ਲੈ ਕੇ ਜਾਣਾ, ਇਹ ਉਹਨਾਂ ਦੀਆਂ ਪਾਲਿਸੀਆਂ 'ਤੇ ਨਿਰਭਰ ਕਰਦਾ ਹੈ। ਬਿਲਕੁਲ, ਕਹਿੰਦੇ ਨੇ ਟੀਮ ਵਰਕ ਬੜਾ ਜ਼ਰੂਰੀ ਹੁੰਦਾ। ਟੀਮ ਵਰਕ ਦਾ ਠੀਕ ਹੈ, ਪਰ ਜਿਹੜੀ ਮੈਨੇਜਮੈਂਟ ਹੈ ਜੇ ਉਹ ਸਹੀ ਢੰਗ ਨਾਲ ਮੈਨੇਜ ਨਹੀਂ ਕਰ ਰਹੀ ਤਾਂ ਵੀ ਇੱਕ ਵੱਡਾ ਨੁਕਸਾਨ ਹੁੰਦਾ ਹੈ। ਸਾਡੇ ਨਾਲ ਇੱਕ ਹੋਰ ਸ਼ੇਅਰ ਹੋਲਡਰ ਮੌਜੂਦ ਨੇ। ਸਰ, ਡਾਵਾਡੋਲ ਚੱਲ ਰਿਹਾ ਹੈ SML ਈਸੂਜ਼ੂ ਦਾ ਜੋ ਵਿੱਤੀ ਢਾਂਚਾ ਹੈ, ਕਿਵੇਂ ਦੇਖਦੇ ਹੋ ਵੀ ਜਿਹੜੇ ਇਲਜ਼ਾਮ ਲੱਗੇ ਨੇ ਵਿੱਤੀ ਘੁਟਾਲੇ ਤੇ, ਤੁਹਾਨੂੰ ਲੱਗਦਾ ਹੈ ਕਿ ਕੰਪਨੀ ਦੀ ਮੈਨੇਜਮੈਂਟ ਨੂੰ ਜਵਾਬ ਦੇਣਾ ਚਾਹੀਦਾ? ਮੈਂ ਹਾਕਮ ਸਿੰਘ ਜਵੰਦਾ, ਸਾਬਕਾ ਪ੍ਰਧਾਨ ਪੰਜਾਬ ਟਰੈਕਟਰ ਲਿਮਟਿਡ ਮੋਹਾਲੀ, ਮਹਿੰਦਰਾ ਸਵਰਾਜ। ਤੇ ਜਿਹੜਾ ਅੱਜ ਕੰਪਨੀ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਉਹਦਾ ਜਿਹੜਾ ਖਮਿਆਜਾ ਹੈ ਸ਼ੇਅਰ ਹੋਲਡਰ ਨੂੰ ਵੀ ਭੁਗਤਣਾ ਪੈ ਰਿਹਾ ਹੈ, ਜਿਹੜੇ ਸਪੇਅਰ ਪਾਰਟ ਤਿਆਰ ਕਰਕੇ ਦਿੰਦੇ ਨੇ ਉਹਨਾਂ ਨੂੰ ਵੀ ਭੁਗਤਣਾ ਪੈ ਰਿਹਾ ਹੈ, ਕੰਪਨੀ ਦੇ ਮੁਲਾਜ਼ਮਾਂ ਨੂੰ ਵੀ ਭੁਗਤਣਾ ਪੈ ਰਿਹਾ ਹੈ। ਜਿੱਥੇ ਪਿਛਲੇ ਸਾਲ ਇਸ ਕੰਪਨੀ ਦੇ ਵਿੱਚ 1500 ਗੱਡੀ ਮਹੀਨੇ ਦੀ ਬਣਦੀ ਸੀ, ਅੱਜ ਮੇਰੇ ਖਿਆਲ 250-300 ਤੇ ਰਹਿ ਗਈ। ਉਹ ਮਾਰਚ ਦੇ ਵਿੱਚ ਕੰਪਨੀ ਦਾ ਘਾਟਾ 32 ਕਰੋੜ ਸੀ, ਜੂਨ ਦੇ ਵਿੱਚ ਘਾਟਾ ਜਿਹੜਾ ਵੱਧ ਕੇ 52 ਕਰੋੜ ਹੋ ਗਿਆ, ਜਿਹੜਾ ਕਿ ਪਿਛਲੇ ਸਾਲਾਂ ਦੇ ਵਿੱਚ ਹਮੇਸ਼ਾ ਇਹ ਕੰਪਨੀ ਪ੍ਰੋਫਿਟ ਦੇ ਵਿੱਚ ਰਹੀ ਹੈ, ਚੰਗੇ ਵਧੀਆ ਮੁਨਾਫੇ ਦੇ ਵਿੱਚ ਰਹੀ ਹੈ। ਲੇਕਿਨ ਕੰਪਨੀ ਵਾਲੇ ਤਾਂ ਹੁਣ ਕਹਿੰਦੇ ਨੇ ਕਿ ਸਾਨੂੰ ਨੁਕਸਾਨ ਬੜਾ ਹੋ ਰਿਹਾ। ਕੰਪਨੀ ਵਾਲੇ ਹੁਣ ਨੁਕਸਾਨ ਜੇ ਅਸੀਂ ਕਹੀਏ ਕੋਵਿਡ ਦੀ ਗੱਲ ਕਰਦੇ ਆ ਜੇਕਰ, ਤਾਂ ਕੋਵਿਡ ਤਾਂ ਅੱਜ ਆਇਆ, ਮਾਰਚ ਵਿੱਚ ਆਇਆ, ਪਰ ਉਸ ਤੋਂ ਪਹਿਲਾਂ ਵੀ ਤਾਂ ਘਾਟਾ ਜਿਹੜਾ ਕੰਪਨੀ ਨੇ ਪਿਛਲੇ ਸਾਲਾਂ ਤੋਂ ਵੀ ਘਾਟਾ ਸ਼ੁਰੂ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਜੇ 1500 ਗੱਡੀ ਬਣਦੀ ਸੀ, ਅੱਜ 300 ਰਹਿ ਗਈ। ਮਤਲਬ ਪਿਛਲੇ 4-5 ਸਾਲ ਤੋਂ ਵੀ ਇਹ ਜਿਹੜਾ ਧਾਂਦਲੀਆਂ ਚੱਲਦੀਆਂ ਆ ਰਹੀਆਂ ਨੇ। ਪਿਛਲੇ ਸਾਲ AGM ਦੇ ਵਿੱਚ ਅਸੀਂ ਗੱਲਬਾਤ ਕੀਤੀ, ਅਸੀਂ ਕੁਐਸਚਨ ਕੀਤੇ, ਅਸੀਂ ਮੇਲ ਕੀਤੀਆਂ ਵੀ ਸਾਨੂੰ ਇਹਨਾਂ ਦਾ ਜਵਾਬ ਦਿੱਤਾ ਜਾਵੇ, ਜੋ ਵੀ ਧਾਂਦਲੀਆਂ ਅੰਦਰ ਹੋ ਰਹੀਆਂ, ਕਿਉਂ ਇੰਨਾ ਸ਼ੇਅਰ ਮਾਰਕੀਟ ਸ਼ੇਅਰ ਥੱਲੇ ਜਾ ਰਿਹਾ ਹੈ। ਪਿਛਲੇ ਸਾਲ 18 ਦੇ ਵਿੱਚ ਸ਼ੇਅਰ ਦੀ ਜਿਹੜੀ ਵੈਲਿਊ ਸੀ 900 ਰੁਪਈਆ ਸੀ। ਜੇ ਅੱਜ ਦਾ ਰੇਟ ਦੇਖੀਏ, ਅੱਜ 400 ਤੋਂ ਨੀਚੇ ਚਲਾ ਗਿਆ। ਇਹਦੇ ਵਿੱਚ ਮੈਨੇਜਮੈਂਟ, ਟੌਪ ਮੈਨੇਜਮੈਂਟ ਦੇ ਜਿਹੜੀਆਂ ਗਲਤੀਆਂ ਨੇ ਉਹਦੇ ਕਾਰਨ ਹੀ ਇਹ ਹੋ ਸਕਦਾ। ਵਰਕਰ ਦਾ ਜਾਂ ਸ਼ੇਅਰ ਹੋਲਡਰ ਦਾ ਜਾਂ ਜਿਹੜੇ ਸਪੇਅਰ ਪਾਰਟ ਦਿੰਦੇ ਨੇ ਉਹਨਾਂ ਦਾ ਤਾਂ ਕੋਈ ਨਹੀਂ ਹੈਗਾ, ਇਹ ਮੈਨੇਜਮੈਂਟਾਂ ਦੀਆਂ ਗਲਤ ਨੀਤੀਆਂ ਦੇ ਕਾਰਨ ਹੁੰਦਾ। ਸਰ, ਇਸ ਗੱਲ 'ਚ ਕਿੰਨੀ ਸੱਚਾਈ ਹੈ ਵੀ ਇੱਕ ਸਮਾਂ ਉਹ ਸੀ ਜਦੋਂ ਜਿਹੜਾ ਪੁਰਾਣੀ ਕੰਪਨੀ ਸੀ, ਆਪਾਂ ਕਹਿ ਲਈਏ ਸਵਰਾਜ ਮਾਜ਼ਦਾ, ਜਾਂ ਜਿਹੜੀ ਹੁਣ ਹੈਗੀ SML ਈਸੂਜ਼ੂ, ਉਹਨਾਂ ਦੀਆਂ ਬੱਸਾਂ ਜਾਂ ਗੱਡੀਆਂ ਦੀ ਤੂਤੀ ਬੋਲਦੀ ਸੀ, ਮਤਲਬ ਦੂਰ ਦੂਰ ਤੱਕ ਇਹਨਾਂ ਨੂੰ ਐਕਸਪੋਰਟ ਕੀਤਾ ਜਾਂਦਾ ਸੀ, ਬਹੁਤ ਦੂਰ ਤੱਕ ਜੀ। ਅੱਜ ਜੇਕਰ ਅਸੀਂ ਦੇਖੀਏ ਤਾਂ ਇਹਦਾ ਜਿਹੜਾ ਪਹਿਲਾਂ ਆਰਡਰ ਸੀਗਾ ਉਹ ਫੌਜ ਨੂੰ ਵੀ ਜਾਂਦਾ ਸੀਗਾ, ਅੱਜ ਉਹ ਆਰਡਰ ਘਟ ਚੁੱਕੇ ਨੇ। ਪੰਜਾਬ ਦੇ ਵਿੱਚ ਟਰੱਕ ਹੁੰਦੇ ਸੀਗੇ, ਟਰੱਕ ਵੀ ਇਹਨਾਂ ਦੇ ਹੁੰਦੇ ਸੀਗੇ, ਬੱਸਾਂ ਵੀ ਇਹਨਾਂ ਦੇ ਹੁੰਦੇ, ਅੱਜ ਉਹ ਚੀਜ਼ ਘਟ ਕੇ ਬਹੁਤ ਥੱਲੇ ਆ ਗਈ। ਉਹ ਇਹਨਾਂ ਦੀਆਂ ਗਲਤ ਨੀਤੀਆਂ ਦੇ ਕਾਰਨ ਹੈ। ਲੋਕ ਇਹਨੂੰ ਅਵੋਇਡ ਕਰਨ ਲੱਗ ਗਏ, ਹੋਰ ਕੰਪਨੀਆਂ ਤੋਂ ਆਪਣੀਆਂ ਗੱਡੀਆਂ ਲੈਣ ਦੀ ਕੋਸ਼ਿਸ਼ ਕਰਦੇ ਪਏ ਲੋਕ। ਬਿਲਕੁਲ, ਸ਼ੇਅਰ ਹੋਲਡਰ ਨਾਰਾਜ਼ ਨੇ। ਸਾਡੇ ਨਾਲ ਸਰਦਾਰ ਹਰਜਿੰਦਰ ਸਿੰਘ ਜੀ ਵੀ ਮੌਜੂਦ ਨੇ, ਜਿਨ੍ਹਾਂ ਨੂੰ ਕਹਿ ਸਕਦੇ ਹਾਂ ਕਿ ਵਿਸਲ ਬਲੋਅਰ ਨੇ, ਕਿਉਂਕਿ ਇਹਨਾਂ ਵੱਲੋਂ ਵਿੱਤੀ ਘੁਟਾਲੇ ਦੇ ਖਿਲਾਫ ਆਵਾਜ਼ ਵੀ ਚੁੱਕੀ ਗਈ, ਜਵਾਬ ਵੀ ਮੰਗਿਆ ਗਿਆ, ਪਰ ਇਮਾਨਦਾਰੀ ਦਾ ਖਾਮਿਆਜ਼ਾ ਭੁਗਤਣਾ ਪਿਆ ਕਿ ਇਹਨਾਂ ਨੂੰ ਜ਼ਬਰਦਸਤੀ ਨੌਕਰੀ ਤੋਂ ਕਹਿ ਲਓ ਵੀ ਕਿਹਾ ਗਿਆ
ਤੁਸੀਂ ਨੌਕਰੀ ਛੱਡ ਦਿਓ। ਹਰਜਿੰਦਰ ਜੀ, ਅੱਜ ਸ਼ੇਅਰ ਹੋਲਡਰ ਵੀ ਸਾਹਮਣੇ ਆਏ ਨੇ ਬਈ ਉਹ ਕੰਪਨੀ ਜਿਸ ਦੀ ਡਿਮਾਂਡ ਬਹੁਤ ਜ਼ਿਆਦਾ ਸੀ। ਜੇ ਪੀਲੀਆਂ ਬੱਸਾਂ ਦੀ ਗੱਲ ਕਰੀਏ ਸਕੂਲ ਵਾਲੀਆਂ, ਸਾਰੀਆਂ ਤਕਰੀਬਨ SML ਸੁਜ਼ੂ ਜਾਂ ਪਹਿਲਾਂ ਸਵਰਾਜ ਮਾਜ਼ਦਾ ਦੀਆਂ ਹੁੰਦੀਆਂ ਸੀ, ਤੇ ਹੁਣ ਸ਼ੇਅਰ ਹੋਲਡਰ ਵੀ ਕਹਿ ਰਹੇ ਨੇ ਕਿ ਨਹੀਂ, ਹੁਣ ਵਾਕਈ ਸਾਡੀ ਮਿਹਨਤ ਦੀ ਕਮਾਈ ਵੀ ਕਿਤੇ ਨਾ ਕਿਤੇ ਖੂਹ ਖਾਤੇ ਜਾ ਰਹੀ ਹੈ। ਤੁਹਾਨੂੰ ਕੋਈ ਤੁਹਾਡੇ ਸਵਾਲਾਂ ਦਾ ਜਵਾਬ ਮਿਲਿਆ ਹੁਣ ਤੱਕ ਕੰਪਨੀ ਤੋਂ ਵਿੱਤੀ ਘੁਟਾਲੇ ਦਾ ਕਿ ਨਹੀਂ? ਇਹਨਾਂ ਨੇ ਅਗਰ ਮੈਨੂੰ ਇਹਨਾਂ ਨੇ ਆਪਣੇ ਪ੍ਰੋਪਰ ਜਵਾਬ ਦਿੱਤੇ ਹੁੰਦੇ ਤਾਂ ਮੈਨੂੰ ਮੀਡੀਆ 'ਚ ਆਉਣ ਦੀ ਜ਼ਰੂਰਤ ਨਹੀਂ ਬਣੀ ਸੀ। ਮੈਂ 1.5 ਸਾਲ ਇਹਨਾਂ ਨਾਲ ਮੇਲਬਾਜ਼ੀ ਕਰਕੇ, ਇਹਨਾਂ ਦੇ ਝੂਠੇ ਗੱਲਾਂ ਦਾ ਵਿਸ਼ਵਾਸ ਕਰਕੇ ਮੈਂ 1.5 ਸਾਲ ਖਰਾਬ ਕਰ ਲਿੱਤਾ, ਜਦ ਕਿ ਮੈਨੂੰ ਪਤਾ ਲੱਗਿਆ ਕਿਉਂਕਿ ਇਹਨਾਂ ਕੋਲ ਜਵਾਬ ਹੀ ਨਹੀਂ ਹੈਗੇ, ਇਸ ਲਈ ਟਾਲ ਮਟੋਲ ਕਰਦੇ ਹੈਗੇ ਆ। ਮੈਂ ਤਾਂ ਕੁਝ ਮੰਗ ਨਹੀਂ ਰਿਹਾ, ਇਹਨਾਂ ਕੋਲ ਸਿਰਫ 2 ਰਿਪੋਰਟਾਂ ਦੀ ਕਾਪੀਆਂ ਮੰਗ ਰਿਹਾ। ਇੰਟਰਨਲ ਰਿਪੋਰਟ ਆਈਆਂ ਨੇ, ਐਕਸਟਰਨਲ ਰਿਪੋਰਟਾਂ ਹੋਈਆਂ ਨੇ, ਬਸ ਕਾਪੀਆਂ ਦੇ ਦੇਣ, ਗੱਲ ਖਤਮ ਹੁੰਦੀ ਹੈਗੀ ਹੈ। ਪਰ ਉਹ ਦੇ ਨਹੀਂ ਪਾਉਣਗੇ, ਉਹ ਦੇਣਗੇ ਵੀ ਨਹੀਂ, ਬਟ ਅਸੀਂ ਉਹ ਲੈ ਕੇ ਹਟਾਂਗੇ। ਸਰ ਪਹਿਲਾਂ ਮੈਨੇਜਮੈਂਟ ਪੰਜਾਬੀ ਸੀ, ਇੰਡੀਅਨ ਸੀ, ਤੇ ਹੁਣ ਮੈਨੇਜਮੈਂਟ ਕੀ ਬਾਹਰਲੀ ਹੈ? ਨਹੀਂ, ਐਕਚੁਅਲ ਕੀ ਹੈ ਨਾ, ਪਹਿਲਾਂ ਜੋ ਇਹਦਾ 'ਚ ਸੁਮੀਤੋਮੋ ਕਾਰਪੋਰੇਸ਼ਨ ਦਾ ਸ਼ੇਅਰ ਹੈਗਾ ਜ਼ਿਆਦਾ ਇਸ ਟਾਈਮ। ਪਹਿਲਾਂ ਜਦੋਂ ਇਹ ਸਵਰਾਜ ਨਾਲ ਰਿਲੇਟਡ ਸੀਗੀ, ਇਹਨਾਂ ਦੇ ਸਾਡੀ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਮਿਸਟਰ ਯਸ਼ ਮਹਾਜਨ ਸੀਗੇ, ਜੋ ਕਿ ਪੂਰੇ ਹੋ ਚੁੱਕੇ ਹਨ। ਜਦੋਂ ਤੱਕ ਉਹ ਰਹੇ ਨੇ, ਜਦੋਂ ਤੱਕ ਉਹਨਾਂ ਕੋਲ ਕਮਾਂਡ ਰਹੀ ਹੈ, ਕਿਉਂਕਿ ਉਹਨਾਂ ਨੂੰ ਇੰਡੀਅਨ ਕਲਚਰ ਦਾ ਪੂਰਾ ਪਤਾ ਸੀ, ਕਿਵੇਂ ਕੰਮ ਹੁੰਦਾ, ਕਿੱਦਾਂ ਕਰਨਾ, ਉਹਨਾਂ ਨੇ ਸਭ ਨੂੰ ਨੱਥ ਪਾ ਕੇ ਰੱਖੀ ਹੋਈ ਸੀਗੀ। ਕੰਪਨੀ ਗਰੋ ਕਰ ਰਹੀ ਸੀਗੀ। ਉਸ ਤੋਂ ਬਾਅਦ ਜਦੋਂ ਯਸ਼ ਮਹਾਜਨ ਜੀ ਹਟ ਗਏ ਤੇ ਨਵਾਂ MD ਆਏ ਜਾਪਾਨ ਤੋਂ, ਉਦੋਂ ਵੀ ਕੰਪਨੀ ਸਹੀ ਚੱਲੀ। ਕਿਉਂ ਚੱਲੀ? ਕਿਉਂਕਿ ਉਹ ਮਿਸਟਰ ਵਾਤਾਨਾਬੇ ਜਿਹੜੇ ਸੀਗੇ, ਉਹ ਪੁਰਾਣੇ ਸਾਡੇ ਸਾਬਕਾ ਜੋ MD ਸਾਹਿਬ ਸੀਗੇ ਯਸ਼ ਮਹਾਜਨ ਜੀ, ਉਹਨਾਂ ਦੇ ਸਲਾਹਾਂ ਦੇ ਨਾਲ, ਉਹਨਾਂ ਤੋਂ ਗਾਈਡੈਂਸ ਲੈ ਕੇ ਚੱਲਦੇ ਸਨ। ਲੇਕਿਨ ਜਦੋਂ ਉਸ ਤੋਂ ਬਾਅਦ MD ਆ ਗਏ, ਉਹਨਾਂ ਨੇ ਪੁਰਾਣੇ ਬੰਦੇ ਨਾਲ ਗੱਲ ਕਰਨੀ ਛੱਡਤੀ, ਤੇ ਜਿਹੜੇ ਨਵੇਂ ਚਮਚੇ ਅੰਦਰ ਭਰਤੀ ਕੀਤੇ ਚੋਰ ਗਰੁੱਪ, ਉਹਨਾਂ ਚੋਰਾਂ ਦੇ ਹੱਥ ਚੜ੍ਹ ਗਏ ਉਹ। ਤੇ ਇਸ ਕਰਕੇ ਜੋ ਅੰਦਰ ਗਲਤ ਕੰਮ ਹੁੰਦੇ ਸੀ ਜਾਂ ਜੋ ਵੀ ਗਲਤ ਪਾਲਿਸੀਆਂ ਬਣਦੀਆਂ ਸੀਗੀਆਂ, ਉਹ MD ਤੱਕ ਤਾਂ ਖਬਰ ਨਹੀਂ ਜਾਣ ਦਿੰਦੇ ਸੀਗੀ। ਕਿਉਂਕਿ ਇਹ ਜਦੋਂ ਕੰਪਨੀ ਦੇ ਅੰਦਰ ਇੱਕ ਇੰਟਰਨਲ ਡਿਪਾਰਟਮੈਂਟ ਹੁੰਦਾ ਹੈਗਾ, ਇੰਟਰਨਲ ਆਡਿਟ ਹੁੰਦਾ, ਹਰ ਇੱਕ ਕਿਤੇ ਵੀ ਜਾਓਗੇ ਆਡਿਟ ਡਿਪਾਰਟਮੈਂਟ ਹੁੰਦਾ। ਆਡਿਟ ਡਿਪਾਰਟਮੈਂਟ ਦਾ ਕੰਮ ਹੁੰਦਾ ਹੈ ਪ੍ਰੋਪਰ ਫੀਡਬੈਕ ਦੇਣੀ MD ਨੂੰ, ਬਟ ਉਹ ਆਡਿਟ ਡਿਪਾਰਟਮੈਂਟ ਹੀ ਉਹ ਗਰੁੱਪ ਨਾਲ ਮਿਲਿਆ ਹੋਇਆ ਸੀਗਾ। ਅਗਰ ਉਹ ਆਡਿਟ ਡਿਪਾਰਟਮੈਂਟ ਪ੍ਰੋਪਰ ਫੀਡਬੈਕ ਦਿੰਦਾ ਵੀ ਗਲਤ ਕੰਮ ਹੋ ਰਹੇ ਨੇ ਜਾਂ ਗਲਤ ਪਾਲਿਸੀਆਂ ਬਣ ਰਹੀਆਂ ਹੈਗੀਆਂ, ਤੇ ਨੁਕਸਾਨ ਨਹੀਂ ਹੋਣਾ ਸੀਗਾ। ਲੇਕਿਨ ਇਹ ਜਦੋਂ ਮੈਨੂੰ ਇਹਨਾਂ ਨੇ ਟਰਮੀਨੇਸ਼ਨ ਗਲਤ ਕੀਤੀ, ਫਿਰ ਮੈਂ ਇਹਨਾਂ ਨੂੰ ਮੇਲਬਾਜ਼ੀ ਕੀਤੀ, ਫਿਰ ਇਹਨਾਂ ਨੂੰ ਮਜਬੂਰਨ ਐਕਸਟਰਨਲ ਇਨਕੁਆਇਰੀ ਬਿਠਾਉਣੀ ਪਈ। ਉੱਥੇ ਇਹਨਾਂ ਨੂੰ ਤੱਥ ਜਾਗਰ ਹੋ ਗਏ ਵੀ ਵਾਕਈ ਇਹ ਗਲਤ ਕੰਮ ਹੋਏ ਨੇ। ਫਿਰ ਇਹਨਾਂ ਨੇ ਉਹਨਾਂ ਨੂੰ ਉਹ ਰਿਪੋਰਟਾਂ ਦੀਆਂ ਕਾਪੀਆਂ ਦਿਖਾ ਕੇ, ਜਿਨ੍ਹਾਂ ਦੀ ਰਿਟਾਇਰਮੈਂਟ ਸੀਗੀ, ਜਿਨ੍ਹਾਂ ਨੂੰ ਪਹਿਲਾਂ ਲਗਾਤਾਰ ਐਕਸਟੈਂਸ਼ਨ ਦੇ ਰਹੇ ਸੀਗੇ, ਲੇਕਿਨ ਉਹ ਫਿਰ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਇਹਨਾਂ ਦੇ ਇਹ ਤਾਂ ਘਪਲੇ ਕੀਤੇ ਹੋਏ ਨੇ ਜਾਂ ਗਲਤ ਪਾਲਿਸੀਆਂ ਬਣਾਈਆਂ ਹੋਈਆਂ, ਰਿਟਾਇਰਮੈਂਟ ਜਿਨ੍ਹਾਂ ਦੀ ਆ ਗਈ ਉਹਨਾਂ ਨੂੰ ਘਰ ਤੋਰਤਾ। ਜਿਹੜੇ 3-4 ਬੰਦੇ ਸੀਗੇ ਜਿਨ੍ਹਾਂ ਦੀ ਜੌਬ ਪਈਆਂ ਸੀਗੀਆਂ, ਉਹਨਾਂ ਨੂੰ ਇਹਨਾਂ ਨੇ ਚਿੱਠੀਆਂ ਦਿਖਾਤੀਆਂ ਵੀ ਦੇਖੋ ਜੀ ਤੁਹਾਡੇ ਦੇ ਉੱਪਰ ਆਹ ਇਲਜ਼ਾਮ ਲੱਗੇ ਨੇ, ਜਾਂ ਤਾਂ ਤੁਸੀਂ ਬੈਕ ਡੇਟ ਤੋਂ ਸਾਨੂੰ ਅਸਤੀਫਾ ਦੇ ਦਿਓ, ਤੁਸੀਂ ਜਾਓ, ਤੁਹਾਨੂੰ ਅਸੀਂ ਕੁਝ ਨਹੀਂ ਕਹਿੰਦੇ, ਅਦਰਵਾਈਜ਼ ਤੁਹਾਡੇ ਤੋਂ ਅਸੀਂ ਟਰਮੀਨੇਸ਼ਨ ਕਰਾਂਗੇ, ਤੁਹਾਡੇ ਉੱਪਰ ਰਿਕਵਰੀ ਪਏਗੀ। ਉਹ ਡਰਦੇ ਮਾਰੇ ਅਸਤੀਫਾ ਦੇ ਕੇ ਚਲੇ ਗਏ। ਉਹਦਾ ਕਾਰਨ ਇੱਕ ਹੋਰ ਦੱਸ ਦਿੰਦਾ ਜੀ, ਕੋਈ ਵੀ ਬੰਦਾ ਨੌਕਰੀ ਕਦੋਂ ਛੱਡਦਾ ਹੈ? ਬੰਦਾ ਨੌਕਰੀ ਉਦੋਂ ਛੱਡਦਾ ਜਾਂ ਤਾਂ ਉਹ ਕਿਤੇ ਵਧੀਆ ਨੌਕਰੀ ਜਾਂਦਾ, ਜਾਂ ਉਹਦੀ ਸਿਹਤ ਸਾਥ ਨਹੀਂ ਦਿੰਦੀ, ਜਾਂ ਬਾਹਰ ਜਾਂਦਾ, ਜਾਂ ਕੋਈ ਬਿਜ਼ਨਸ ਕਰਦਾ। ਅਦਰਵਾਈਜ਼ ਕੋਈ ਵੀ ਬੰਦਾ ਨੌਕਰੀ ਨਹੀਂ ਛੱਡਦਾ। ਉਹ 3 ਬੰਦੇ ਅਸਤੀਫਾ ਕਿਉਂ ਦੇ ਕੇ ਗਏ ਨੇ? ਉਹਨਾਂ ਤੋਂ ਜਬਰੀ ਲਿੱਤਾ ਗਿਆ। ਜੇ ਉਹ 3 ਬੰਦਿਆਂ ਨੂੰ ਮੈਂ ਤੁਹਾਨੂੰ ਡਾਟਾ ਦੇ ਦੂੰਗਾ, ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ। ਕੋਈ ਵਿਹਲਾ ਤੁਰਿਆ ਫਿਰਦਾ, ਕੋਈ ਉਸ ਤੋਂ ਜੋ ਜਿੰਨੀ ਪਹਿਲਾਂ ਤਨਖਾਹਾਂ ਸੀਗੀਆਂ ਉਸ ਤੋਂ ਘੱਟ ਤਨਖਾਹਾਂ 'ਤੇ ਨੌਕਰੀ ਕਰ ਰਹੇ ਨੇ, ਉਹ ਵੀ ਕਿੰਨੇ ਘਰੋਂ ਦੂਰ ਕਰਦੇ। ਉਹਨਾਂ ਦਾ ਹੱਥ ਸੀ ਇਸੇ ਘੁਟਾਲੇ ਦੇ ਵਿੱਚ, ਜਾਂ ਉਹਨਾਂ ਦੇ ਸਿਰ ਤੇ ਪਾਇਆ ਗਿਆ? ਨਹੀਂ, ਉਹਨਾਂ ਹੱਥ ਸੀ, ਹੱਥ ਸੀਗਾ। ਉਹਨਾਂ ਨੂੰ ਜਾਣਬੁੱਝ ਕੇ ਵੀ ਲਾਂਭੇ ਕੀਤਾ ਗਿਆ ਵੀ ਤੁਸੀਂ ਸਾਈਡ ਹੋ ਜਾਓ। ਉਹ ਮੇਨ ਕਲਪਰੇਟ ਸੀਗੇ, ਜਿਹੜੇ ਮੇਨ ਕਲਪਰੇਟ ਸੀਗੇ, ਉਹਨਾਂ ਨੂੰ ਇਹਨਾਂ ਨੇ ਕਿਸੇ ਨੂੰ ਐਕਸਟੈਂਸ਼ਨ ਦਿੱਤੀਆਂ ਹੋਈ, ਉਹਨੂੰ ਘਰ ਤੋਰ ਦਿੱਤਾ ਵੀ ਹੁਣ ਤੁਹਾਨੂੰ ਤੁਹਾਡੀ ਸੇਵਾ ਦੀ ਸਾਨੂੰ ਲੋੜ ਨਹੀਂ ਹੈਗੀ। ਤੇ ਜਿਨ੍ਹਾਂ ਦੀ ਨੌਕਰੀਆਂ ਪਈਆਂ ਸੀਗੀਆਂ, ਉਹਨੂੰ ਇਹਨਾਂ ਨੇ ਉਹ ਦਿਖਾ ਕੇ ਇਹਨਾਂ ਤੋਂ ਬੈਕ ਡੇਟ ਤੋਂ ਅਸਤੀਫੇ ਲੈ ਲਏ। ਕਿਉਂਕਿ ਉਦੋਂ ਮੈਂ ਇੱਕ ਐਗਜ਼ਾਮਪਲ ਪਹਿਲਾਂ ਵੀ ਦੱਸਿਆ ਹੈਗਾ ਵੀ ਕਿ ਮੈਂ ਜਦ ਚੋਰੀ ਦਾ ਕੇਸ ਫੜਿਆ ਸੀਗਾ, ਜਦ ਕਿ ਇਹ ਕੰਮ ਹੈਗਾ ਆਡਿਟ ਡਿਪਾਰਟਮੈਂਟ ਦਾ। ਆਡਿਟ ਡਿਪਾਰਟਮੈਂਟ ਨੇ ਚੋਰ ਫੜਨਾ ਸੀਗਾ, ਆਡਿਟ ਤਾਂ ਫੜਿਆ ਨਹੀਂ। ਮੈਂ ਜਦ ਚੋਰ ਪਕੜ ਕੇ ਦੇਤਾ, ਆਡਿਟ ਡਿਪਾਰਟਮੈਂਟ ਦਾ ਪਰਚਾ ਕੀ ਕੱਟਣਾ ਸੀ ਉਹਦਾ? ਜਦੋਂ ਮੈਂ ਚੋਰ ਪਕੜ ਕੇ ਦੇਤਾ ਉਹਨਾਂ ਪਰਚਾ ਕੱਟਣਾ ਬਣਦਾ ਸੀ। ਬਟ ਉਹਨਾਂ ਨੇ 5-6 ਮਹੀਨੇ ਇੱਦਾਂ ਦੀਆਂ ਪੁੱਠੀਆਂ ਸਿੱਧੀਆਂ ਰਿਪੋਰਟਾਂ ਬਣਾ ਕੇ MD ਨੂੰ ਖੁਸ਼ ਕਰਕੇ ਰੱਖਿਆ, ਕਿਉਂਕਿ ਜਿਹੜੇ ਨਿਚਲੇ ਗਰੁੱਪ ਸੀਗਾ ਉਹਨਾਂ ਦੇ ਹਿਸਾਬ ਨਾਲ ਰਿਪੋਰਟਾਂ ਬਣਦੀਆਂ ਰਹੀਆਂ। ਲੇਕਿਨ ਜਦੋਂ ਮੇਰੀ ਮੇਲਾਂ ਤੋਂ ਬਾਅਦ ਇਹਨਾਂ ਨੂੰ ਬਾਹਰਲੀ ਏਜੰਸੀ ਤੋਂ ਇਨਕੁਆਇਰੀ ਕਰਾਉਣੀ ਪੈ ਗਈ, ਉੱਥੇ ਇਹਨਾਂ ਨੂੰ ਕਲੀਅਰ ਹੋ ਗਿਆ ਵਾਕਈ ਉਹ ਬੰਦਾ ਚੋਰ ਸੀ। ਫਿਰ ਉਸ ਨੂੰ ਇਸੇ ਕਰਕੇ ਉਹਨੂੰ ਅਸਤੀਫਾ ਲੈਣ ਲਿਆ। ਮੇਰਾ ਕਹਿਣ ਦਾ ਭਾਵ ਹੈਗਾ ਵੀ ਆਡਿਟ ਡਿਪਾਰਟਮੈਂਟ ਜਿਹੜਾ ਕੰਪਨੀ ਦਾ ਹੁੰਦਾ, ਜੇ ਉਹ ਸਹੀ ਤਰੀਕੇ ਨਾਲ ਕੰਮ ਕਰਦਾ ਤਾਂ ਇਹ ਕੰਪਨੀ ਦਾ ਨੁਕਸਾਨ ਨਹੀਂ ਹੋਣਾ ਸੀਗਾ। ਕਿਤੇ ਨਾ ਕਿਤੇ ਜਿਹੜੇ ਚੋਰ ਗਰੋਹ ਸੀਗਾ, ਉਹਨਾਂ ਦੇ ਵਿੱਚ ਉਹ ਆਡਿਟ ਡਿਪਾਰਟਮੈਂਟ ਦਾ ਬਹੁਤ ਵੱਡਾ ਹੱਥ ਹੈ। ਜੇ ਉਹਨਾਂ ਨੂੰ ਉਹ ਸ਼ੈਲਟਰ ਨਾ ਕਰਦੇ, MD ਨੂੰ ਪ੍ਰੋਪਰ ਫੀਡਬੈਕ ਦਿੰਦੇ ਵੀ ਗਲਤ ਪਾਲਿਸੀਆਂ ਬਣ ਰਹੀਆਂ ਨੇ, ਗਲਤ ਕੰਮ ਹੋ ਰਹੇ ਨੇ, ਗਲਤ ਬੰਦਿਆਂ ਨੂੰ ਆਰਡਰ ਜਾ ਰਹੇ ਹੈਗੇ ਨੇ,
ਉਹ ਜਿਹੜੀ ਹੁਣ ਗੱਡੀ ਪ੍ਰੋਡਕਸ਼ਨ ਡਾਊਨ ਹੋਣ ਦਾ ਕਾਰਨ ਵੀ ਇੱਕ ਇਹ ਹੈਗਾ, ਪੂਅਰ ਕੁਆਲਿਟੀ ਡਾਊਨ ਹੋ ਗਈ, ਰੇਟ ਵੱਧ ਗਿਆ। ਅੱਜ ਦਾ ਜ਼ਮਾਨਾ ਕੰਪੀਟੀਸ਼ਨ ਦਾ, ਤੁਹਾਨੂੰ ਘੱਟ ਰੇਟ ਤੇ ਵਧੀਆ ਕੁਆਲਿਟੀ ਚਾਹੀਦੀ ਹੈ, ਤੇ ਸਾਡੇ ਕੰਪਨੀ ਦੇ ਵਿੱਚ ਕੀ ਹੋਇਆ, ਰੇਟ ਵੱਧ ਗਿਆ, ਕੁਆਲਿਟੀ ਡਾਊਨ ਹੋ ਗਈ। ਇਹੀ ਇੱਕ ਕਾਰਨ ਹੈ ਕੰਪਨੀ ਡਾਊਨ ਜਾ ਰਹੀ ਹੈਗੀ ਹੈ। ਤੁਹਾਨੂੰ ਲੱਗਦਾ ਹੈ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਤਾਂ ਜਿਹੜੀ ਰਿਪੋਰਟਸ ਤੁਸੀਂ ਮੰਗ ਰਹੇ ਹੋ ਤੁਹਾਨੂੰ ਦਿੱਤੀਆਂ ਜਾਣਗੀਆਂ, ਜਾਂ ਫਿਰ ਵਿੱਤੀ ਘੁਟਾਲੇ ਤੇ ਜਿਹੜੇ ਅਸਲੀ ਦੋਸ਼ੀ ਨੇ, ਮੁਲਜ਼ਮ ਨੇ, ਉਹਨਾਂ ਨੂੰ ਉਹ ਬੇਨਕਾਬ ਹੋਣਗੇ? ਸਰ ਜਿੱਦਾਂ ਜਦੋਂ ਮੈਂ ਤਾਂ ਹੁਣ ਪਹਿਲਾਂ ਵੀ ਤੁਹਾਨੂੰ ਦੱਸਿਆ ਜੀ, ਮੈਂ ਆਪਣਾ ਇਸ ਟਾਈਮ ਮੈਂ ਵਿਸਲ ਬਲੋਅਰ ਹੈਗਾ ਸ਼ੇਅਰ ਹੋਲਡਰਾਂ ਦਾ, ਉਹਨਾਂ ਨੂੰ ਉਜਾਗਰ ਕਰੂੰਗਾ ਤੇ ਉਹਨਾਂ ਦਾ ਨੁਕਸਾਨ ਲਈ ਮੈਂ ਘੱਟ ਤੋਂ ਘੱਟ ਵੱਧ ਤੋਂ ਵੱਧ ਫਾਈਟ ਕਰੂੰਗਾ। RTI ਪਾਈ ਹੋਈ ਆ, ਸਾਰੇ ਸ਼ੇਅਰ ਹੋਲਡਰਾਂ ਦੀ ਮੈਂ ਲਿਸਟਾਂ ਲਾਵਾਂਗਾ, ਸਭ ਨੂੰ ਉਜਾਗਰ ਕਰੂੰਗਾ। ਮੈਂ ਇੱਕ ਮੁਹਿੰਮ ਵੱਡੀ ਹੈ, ਮੈਂ ਪਿੱਛੇ ਨਹੀਂ ਹਟਣ ਵਾਲਾ। ਠੀਕ ਹੈ, ਅੱਜ ਨਹੀਂ ਕੱਲ ਨਹੀਂ, ਇਹ ਨਹੀਂ ਹੋਣਗਾ, ਮੈਂ ਕੋਰਟ ਦੇ ਥਰੂ ਲਵਾਂਗਾ। ਬਿਲਕੁਲ। ਤੇ ਉਸ ਜਦੋਂ ਮੈਨੂੰ ਆ ਗਈਆਂ ਰਿਪੋਰਟਾਂ, ਫਿਰ ਮੈਂ ਕੋਰਟ 'ਚ ਆਪਣਾ ਸਰਕਾਰ ਕੋਲ ਅਪੀਲ ਕਰੂੰਗਾ ਵੀ ਜਿਹੜੇ ਉਸ ਟਾਈਮ ਦੇ ਡਾਇਰੈਕਟਰ ਸੀਗੇ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰਕੇ, ਚਾਹੇ ਜੋ MD ਵੀ ਹੈਗਾ ਉਹਦਾ ਵੀ ਪਾਸਪੋਰਟ ਜ਼ਬਤ ਕਰਕੇ ਉਹਨਾਂ ਦੇ ਰਿਕਵਰੀ ਪਵਾਉਂਗਾ, ਤਾਂ ਕਿ ਜਿਹੜਾ ਕੁਝ ਨਾ ਕੁਝ ਜਿਹੜਾ ਸਾਰੇ ਸ਼ੇਅਰ ਹੋਲਡਰਾਂ ਦਾ ਜਿਹੜਾ ਨੁਕਸਾਨ ਹੈ ਉਹ ਪੂਰਾ ਕੀਤਾ ਜਾਵੇ। ਬਿਲਕੁਲ, ਬਖਸ਼ਿਆ ਕੋਈ ਵੀ ਨਹੀਂ ਜਾਵੇਗਾ। ਲੇਕਿਨ ਇੱਕ ਵੱਡਾ ਸਵਾਲ ਹੈ ਕਿ ਜਦੋਂ ਵਿਸਲ ਬਲੋ ਕੀਤੀ ਇਹਨਾਂ ਨੇ ਜਗ ਜ਼ਾਹਰ ਕੀਤਾ ਵੀ ਇਹ ਧਾਂਦਲੀ ਹੋਈ ਹੈ, ਵਿੱਤੀ ਘੁਟਾਲਾ ਹੋ ਰਿਹਾ ਹੈ, ਤਾਂ ਵੀ ਕੋਈ ਕਿਉਂ ਨਹੀਂ ਜਾਗਿਆ? ਜਾਂ ਤਾਂ ਗੱਲਾਂ MD ਤੱਕ ਪਹੁੰਚਾਈਆਂ ਨਹੀਂ ਗਈਆਂ, ਜਾਂ ਫਿਰ ਚੋਰ ਜੁੰਡਲੀ ਹੀ ਇਹ ਸਾਰਾ ਕੁਝ ਰਚ ਰਹੀ ਸੀ। ਅਸੀਂ ਕੋਸ਼ਿਸ਼ ਕਰਾਂਗੇ ਕਿ ਕੰਪਨੀ ਦੀ ਮੈਨੇਜਮੈਂਟ ਦੇ ਨਾਲ ਗੱਲਬਾਤ ਹੋ ਸਕੇ, ਪਰ ਜੇਕਰ ਉਹਨਾਂ ਵੱਲੋਂ ਕੋਈ ਵੀ ਜਵਾਬ ਨਹੀਂ ਆਉਂਦਾ ਤਾਂ ਇਹ ਸਮਝਿਆ ਜਾਵੇ ਜਾਂ ਤਾਂ ਉਹ ਜਵਾਬ ਨਹੀਂ ਦੇਣਾ ਚਾਹੁੰਦੇ, ਜਾਂ ਫਿਰ ਦਾਲ ਦੇ ਵਿੱਚ ਜ਼ਰੂਰ ਕੁਛ ਕਾਲਾ ਹੈ। ਪਰ ਸਰਦਾਰ ਸਾਹਿਬ ਨੂੰ ਉਮੀਦ ਪੂਰੀ ਹੈ ਕਿ ਸੱਚ ਦੀ ਇਹ ਲੜਾਈ, ਹੱਕ ਦੀ ਇਹ ਲੜਾਈ ਉਹ ਜਿੱਤਣਗੇ ਜ਼ਰੂਰ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ। SML ਇਸੂਜ਼ੂ ਕੰਪਨੀ ਦੇ ਅਧਿਕਾਰੀਆਂ ਦਾ ਜਦੋਂ ਇਸ ਮਾਮਲੇ ਬਾਰੇ ਪੱਖ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਆਪਣਾ ਪੱਖ ਇੱਕ ਪ੍ਰੈਸ ਨੋਟ ਰਾਹੀਂ ਦੇਣਗੇ, ਜੋ ਕਿ ਈਮੇਲ ਰਾਹੀਂ ਭੇਜਿਆ ਜਾਵੇਗਾ। ਈਮੇਲ ਰਾਹੀਂ ਕੰਪਨੀ ਵੱਲੋਂ ਭੇਜੇ ਗਏ ਕੰਪਨੀ ਦੇ ਪੱਖ ਵਿੱਚ ਦੱਸਿਆ ਗਿਆ ਕਿ ਕੰਪਨੀ ਵੱਲੋਂ ਸਾਰੇ ਮਾਮਲੇ ਦੀ ਜਾਂਚ ਕਰਵਾਈ ਗਈ ਹੈ। ਇਸ ਬਾਬਤ ਸਾਰੀ ਰਿਪੋਰਟ ਕੰਪਨੀ ਦੀ ਵੈਬਸਾਈਟ ਤੇ ਵੀ ਅਪਡੇਟ ਕੀਤੀ ਗਈ ਹੈ। ਕੰਪਨੀ ਦਾ ਇਹ ਵੀ ਕਹਿਣਾ ਹੈ ਕਿ ਕੰਪਨੀ ਦੇ ਵਿੱਚ ਕਿਸੇ ਤਰ੍ਹਾਂ ਦੀਆਂ ਧਾਂਦਲੀਆਂ ਨਹੀਂ ਹੋਈਆਂ। ਜਿੱਥੋਂ ਤੱਕ ਹਰਜਿੰਦਰ ਸਿੰਘ ਵੱਲੋਂ ਲਗਾਏ ਇਲਜ਼ਾਮਾਂ ਦਾ ਸਵਾਲ ਹੈ, ਉਸ ਬਾਰੇ ਹਰਜਿੰਦਰ ਸਿੰਘ ਨੇ ਅਦਾਲਤ ਵਿੱਚ ਕੇਸ ਕੀਤਾ ਹੋਇਆ ਹੈ ਤੇ ਕੰਪਨੀ ਆਪਣੀ ਨੀਤੀ ਤਹਿਤ ਇਸ ਕੇਸ ਦਾ ਸਾਹਮਣਾ ਕਰੇਗੀ।